ਆਪਾਂ ਕਹਿ ਰਹੇ ਹਾਂ ਮਲਟੀ ਜਾਂ ਚਾਹੇ ਸਿੰਪਲ ਇਨहेरिटेंस ਹੈ ਚਾਹੇ ਮਲਟੀ ਲੈਵਲ ਇਨहेरिटेंस ਹੈ। ਇੱਕ ਕਲਾਸ ਹੈ ਆਪਣੀ A, ਉਸ ਤੋਂ ਇੱਕ ਕਲਾਸ ਇਨहेरिट ਕੀਤੀ ਹੈ B। ਹੁਣ A ਕਲਾਸ ਦੇ ਵਿੱਚ ਆਪਣਾ ਇੱਕ ਫੰਕਸ਼ਨ ਹੈ ਇਨਪੁਟ, B ਕਲਾਸ 'ਚ ਵੀ ਇੱਕ ਫੰਕਸ਼ਨ ਹੈ ਇਨਪੁਟ। ਜਦੋਂ ਬੇਸ ਕਲਾਸ ਤੇ ਡਰਾਈਵਡ ਕਲਾਸ ਦੇ ਵਿੱਚ ਸੇਮ ਫੰਕਸ਼ਨ ਨੇਮ ਹੋਵੇ ਉਸ ਨੂੰ ਬੋਲਦੇ ਆ ਫੰਕਸ਼ਨ ਓਵਰਰਾਈਡਿੰਗ, ਜਾਂ ਜਾਵਾ ਦੇ ਵਿੱਚ ਆਪਾਂ ਟਰਮ ਯੂਜ਼ ਕਰਦੇ ਜਿਵੇਂ ਮੈਂ ਤੁਹਾਨੂੰ ਦੱਸਿਆ ਮੈਥਡ ਓਵਰਰਾਈਡਿੰਗ। ਅਗਰ ਇੱਕ ਕਲਾਸ ਦੇ ਵਿੱਚ ਫੰਕਸ਼ਨ ਨੇਮ ਸੇਮ ਹੈ ਫਿਰ ਉਸ ਨੂੰ ਬੋਲਦੇ ਆ ਫੰਕਸ਼ਨ ਓਵਰਲੋਡਿੰਗ ਜਾਂ ਮੈਥਡ ਓਵਰਲੋਡਿੰਗ। ਅਗਰ ਇੱਕ ਕਲਾਸ ਹੈ ਆਪਣੀ A, ਉਸ ਦੇ ਵਿੱਚ ਦੋ ਇਨਪੁਟ ਫੰਕਸ਼ਨ ਹੈ, ਇਨਪੁਟ ਇੱਕ ਸੈਕਿੰਡ ਇਨਪੁਟ, ਉਹਨਾਂ ਦੇ ਆਰਗੂਮੈਂਟ ਅਲੱਗ-ਅਲੱਗ ਹੋਣੇ ਜ਼ਰੂਰੀ ਹੈ ਜਿਵੇਂ ਆਪਾਂ ਡਿਸਕਸ ਕੀਤਾ ਹੋਇਆ। ਇਸ ਨੂੰ ਬੋਲਦੇ ਆ ਮੈਥਡ ਓਵਰਲੋਡਿੰਗ। ਅਗਰ A ਕਲਾਸ ਤੋਂ ਇੱਕ ਨਵੀਂ ਕਲਾਸ ਬਣਾਈਏ ਆਪਾਂ B, ਤੇ B ਦੇ ਵਿੱਚ ਵੀ ਇਨਪੁਟ ਮੈਥਡ ਹੈ। ਬੇਸ ਕਲਾਸ ਤੇ ਡਰਾਈਵਡ ਕਲਾਸ ਦੇ ਵਿੱਚ ਜਦੋਂ ਸੇਮ ਮੈਥਡ ਨੇਮ ਹੈ ਉਸ ਨੂੰ ਬੋਲਦੇ ਆ ਮੈਥਡ ਓਵਰਰਾਈਡਿੰਗ। ਮੈਥਡ ਓਵਰਰਾਈਡਿੰਗ ਦੇ ਵਿੱਚ ਆਰਗੂਮੈਂਟ ਸੇਮ ਹੋਣੇ ਕੰਪਲਸਰੀ ਹੈ। ਅਗਰ ਸਪੋਜ਼ ਇਸ ਇਨਪੁਟ ਦੇ ਵਿੱਚ ਦੋ ਆਰਗੂਮੈਂਟ ਹੈ, ਦੋ ਇੰਟੀਜ਼ਰ ਹੈ, ਫਿਰ ਇਹ ਮੈਥਡ ਓਵਰਰਾਈਡਿੰਗ ਦੀ ਐਗਜ਼ਾਮਪਲ ਨਹੀਂ ਹੈ, ਫਿਰ ਇਹ ਮੈਥਡ ਓਵਰਲੋਡਿੰਗ ਦੀ ਐਗਜ਼ਾਮਪਲ ਹੈ। ਕਲੀਅਰ ਹੈ? ਜੋ ਯਾਦ ਰੱਖਣਾ ਹੈ, ਇੱਕ ਕਲਾਸ ਹੈ A, ਉਸ ਤੋਂ ਇੱਕ ਕਲਾਸ ਇਨहेरिट ਕੀਤੀ ਆਪਾਂ B, ਇੱਕ ਕਲਾਸ A ਤੋਂ ਆਪਾਂ ਕਲਾਸ ਇਨहेरिट ਕਰ ਲਈ B। A ਦੇ ਵਿੱਚ ਇੱਕ ਇਨਪੁਟ ਨਾਮ ਦਾ ਫੰਕਸ਼ਨ ਹੈ, A ਦੇ ਵਿੱਚ ਇੱਕ ਦੂਸਰਾ ਇਨਪੁਟ ਨਾਮ ਦਾ ਫੰਕਸ਼ਨ ਹੈ, ਇਹਨਾਂ ਦੇ ਆਰਗੂਮੈਂਟ ਅਲੱਗ-ਅਲੱਗ ਹੈ। ਇਸ ਨੂੰ ਬੋਲਦੇ ਆ ਮੈਥਡ ਓਵਰਲੋਡਿੰਗ। ਜਦੋਂ ਆਰਗੂਮੈਂਟ ਅਲੱਗ-ਅਲੱਗ ਹੈ। ਹੁਣ ਬੇਸ ਕਲਾਸ ਦੇ ਵਿੱਚ ਜਦੋਂ ਸੇਮ ਮੈਥਡ ਨੇਮ ਹੈ ਵਿਦ ਡਿਫਰੈਂਟ ਆਰਗੂਮੈਂਟ, ਇਟ ਇਜ਼ ਨੋਨ ਐਜ਼ ਮੈਥਡ ਓਵਰਲੋਡਿੰਗ। ਜਦੋਂ ਆਪਾਂ ਬੇਸ ਕਲਾਸ ਤੋਂ ਇੱਕ ਡਰਾਈਵਡ ਕਲਾਸ ਬਣਾ ਲਈ B, ਇਸ ਦੇ ਵਿੱਚ ਵੀ ਆਪਾਂ ਇੱਕ ਮੈਥਡ ਬਣਾ ਲਿਆ ਇਨਪੁਟ ਨਾਮ ਦਾ ਹੈ, ਜਿਹਦੇ ਆਰਗੂਮੈਂਟ ਬੇਸ ਕਲਾਸ ਦੇ ਆਰਗੂਮੈਂਟ ਦੇ ਨਾਲ ਸੇਮ ਹਨ, ਉਸ ਨੂੰ ਕਹਿੰਦੇ ਆ ਮੈਥਡ ਓਵਰਰਾਈਡਿੰਗ। ਜਦੋਂ ਆਰਗੂਮੈਂਟ ਕੀ ਹੋਣ ਸਾਡੇ ਸੇਮ। ਅਗਰ ਬੇਸ ਕਲਾਸ ਤੇ ਡਰਾਈਵਡ ਕਲਾਸ ਦੇ ਮੈਥਡਸ ਦੇ ਵਿੱਚ ਆਰਗੂਮੈਂਟ ਅਲੱਗ-ਅਲੱਗ ਹੈ, ਫਿਰ ਉਹ ਮੈਥਡ ਓਵਰਰਾਈਡਿੰਗ ਦੀ ਨਹੀਂ, ਫਿਰ ਉਹ ਮੈਥਡ ਓਵਰਲੋਡਿੰਗ ਦੀ ਐਗਜ਼ਾਮਪਲ ਹੈ। ਸਿੰਪਲ ਯਾਦ ਰੱਖਣਾ ਜਿਵੇਂ ਮੈਥਡ ਓਵਰਲੋਡਿੰਗ 'ਚ ਕੀ ਹੈ, ਫੰਕਸ਼ਨ ਨੇਮ ਸੇਮ ਹੋਣਾ ਚਾਹੀਦਾ, ਮੈਥਡ ਨੇਮ ਸੇਮ ਹੋਣਾ ਚਾਹੀਦਾ, ਆਰਗੂਮੈਂਟ ਅਲੱਗ-ਅਲੱਗ ਹੋਣੇ ਚਾਹੀਦੇ, ਉਹ ਮੈਥਡ ਓਵਰਲੋਡਿੰਗ ਹੈ। ਮੈਥਡ ਓਵਰਰਾਈਡਿੰਗ ਜਦੋਂ ਬੇਸ ਕਲਾਸ ਤੇ ਡਰਾਈਵਡ ਕਲਾਸ ਦੇ ਵਿੱਚ ਸੇਮ ਮੈਥਡ ਨੇਮ ਹੋਵੇ ਪਲੱਸ ਉਹਨਾਂ ਦੇ ਆਰਗੂਮੈਂਟ ਵੀ ਸੇਮ ਹੋਣ। ਆਪਾਂ ਇਹਦੀ ਇੱਕ ਛੋਟੀ ਜਿਹੀ ਐਗਜ਼ਾਮਪਲ ਕਰਦੇ ਹਾਂ ਮੈਥਡ ਓਵਰਰਾਈਡਿੰਗ ਦੀ। ਕਲਾਸ ਫਸਟ, ਇਸ 'ਚ ਬਣਾ ਲੈਂਦੇ ਆਪਾਂ ਇੱਕ ਵੋਇਡ ਇਨਪੁਟ, ਫਸਟ ਕਲਾਸ ਬਣਾਈ ਸੈਕਿੰਡ, ਇਸ ਵੀ ਬਣਾ ਲਿਆ ਆਪਾਂ ਇੱਕ ਵੋਇਡ ਇਨਪੁਟ, ਸੈਕਿੰਡ। ਥਰਡ ਦੇ ਵਿੱਚ ਵੀ ਬਣਾ ਸਕਦੇ ਹਾਂ ਬਟ ਆਪਾਂ ਇਸ ਨੂੰ ਸਕਿਪ ਕਰਦੇ ਹਾਂ, ਸਿੰਟੈਕਸ ਇਕੱਲਾ ਪੜ੍ਹ ਰਹੇ ਹਾਂ ਆਪਾਂ ਹਲੇ। ਕਲਾਸ ਟੈਸਟ 3, ਇਸ ਦੇ ਵਿੱਚ ਆਪਾਂ ਸੈਕਿੰਡ ਦਾ ਆਬਜੈਕਟ ਬਣਾ ਲਈਏ, second x is equal to new second, x dot input 1 input। ਓਵਰਰਾਈਡਿੰਗ ਟਰਮ ਆਪਾਂ ਯਾਦ ਰੱਖਣੀ ਹੈ ਓਵਰਰਾਈਟਿੰਗ ਦੇ ਅਕੋਰਡਿੰਗ, ਮਤਲਬ ਕਿਸੇ ਚੀਜ਼ ਨੂੰ ਆਪਾਂ ਓਵਰਰਾਈਟ ਕਰਤਾ ਹੈ, ਠੀਕ ਹੈ ਨਾ। ਓਵਰਰਾਈਡ ਦਾ ਮਤਲਬ ਆਪਾਂ ਯਾਦ ਰੱਖਣਾ ਹੈ, ਓਵਰ ਕੀ ਹੋ ਰਹੀ ਹੈ, ਰਾਈਟਿੰਗ ਹੋ ਰਹੀ ਹੈ, ਮਤਲਬ ਕਿਸੇ ਚੀਜ਼ ਨੂੰ ਓਵਰਰਾਈਟ ਕਰਤਾ ਹੈ। ਜਿਵੇਂ ਇਸ ਦੇ ਵਿੱਚ ਇੱਕ ਆਪਣਾ ਫੰਕਸ਼ਨ ਸੀ ਇਨਪੁਟ ਬੇਸ ਕਲਾਸ ਦੇ ਵਿੱਚ, ਸੈਕਿੰਡ ਕਲਾਸ ਦੇ ਵਿੱਚ ਵੀ ਮੈਂ ਇਨਪੁਟ ਨਾਮ ਦਾ ਫੰਕਸ਼ਨ ਬਣਾ ਲਿਆ। ਦਿਸ ਮੀਨਸ ਇੱਥੇ ਹੁਣ ਕਿਹੜਾ ਇਸਨੇ ਕੀ ਕੀਤਾ, ਇਸ ਇਨਪੁਟ ਨੂੰ ਕੀ ਕਰਤਾ, ਓਵਰਰਾਈਟ ਕਰਤਾ। ਓਵਰਰਾਈਟ ਕਰਤਾ ਮਤਲਬ ਉਸ ਨੂੰ
उसनू स्किप करके उन्हें एक उसका नवा कोड देता है, ओवर राइट करना है। लाइक आप इसनू सेव किया है, इसनू कंपाइल करते हैं, test3.java java test, ਆਊਟਪੁੱਟ ਕਿਹੜੀ ਆਊਗੀ? ਸੈਕਿੰਡ ਵਾਲੀ। ਇਸ ਦੇ ਵਿੱਚ ਆਪਾਂ ਫਸਟ ਵਾਲੀ ਆਊਟਪੁੱਟ ਵੀ ਲੈ ਸਕਦੇ ਹਾਂ, ਠੀਕ ਹੈ। ਇਹ ਤੁਸੀਂ ਆਪ ਟਰਾਈ ਕਰਨਾ ਹੈ, ਫਾਈਂਡ ਕਰਨਾ ਹੈ, ਠੀਕ ਹੈ ਨਾ। ਸੁਪਰ ਹੈ, ਸੁਪਰ ਦੇ ਨਾਲ ਤੁਸੀਂ ਥੋੜਾ ਜਿਹਾ ਹਿੰਟ ਦੇ ਦੇਣਾ ਤੁਹਾਨੂੰ, ਮੈਂ ਸੁਪਰ ਦੇ ਨਾਲ ਆਪਾਂ ਯੂਜ਼ ਕਰਾਂਗੇ। ਮੀਨਸ ਆਪਾਂ ਜੇ ਬੇਸ ਕਲਾਸ ਵਾਲਾ ਇਨਪੁਟ ਚਲਾਣਾ ਹੈ, ਜੇ ਸੁਪਰ ਕਲਾਸ ਵਾਲਾ ਇਨਪੁਟ ਚਲਾਣਾ ਹੈ, ਉੱਪਰ ਵਾਲੀ ਕਲਾਸ ਕਿਹੜੀ ਹੈ? ਬੇਸ ਕਲਾਸ ਨੂੰ ਆਪਾਂ ਸੁਪਰ ਕਲਾਸ ਵੀ ਕਹਿੰਦੇ ਹਾਂ, ਜਿਹੜੀ ਥੱਲੇ ਵਾਲੀ ਇਹਨੂੰ ਸਬ ਕਲਾਸ ਵੀ ਬੋਲਦੇ ਹਾਂ। ਹੁਣ ਜੇ ਇਸ ਦੇ ਵਿੱਚ ਆਰਗੂਮੈਂਟ ਅਲੱਗ ਹੈ, ਇਸ 'ਚ ਮੈਂ ਦੇਤਾ ਇੰਟ a, ਹੁਣ ਇਹ ਓਵਰ ਰਾਈਟ ਨਹੀਂ ਹੋਇਆ, ਓਵਰ ਰਾਈਡਿੰਗ ਨਹੀਂ ਹੈ, ਇਹ ਓਵਰ ਲੋਡਿੰਗ ਹੈ। ਇਸ 'ਚ ਕਿਹੜਾ ਚੱਲ ਰਿਹਾ? ਫਸਟ ਚੱਲੂਗਾ, ਕਿਉਂਕਿ ਸਿੱਧੀ ਗੱਲ ਹੈ ਇਹ ਵਿਦਾਊਟ ਆਰਗੂਮੈਂਟ ਹੈ ਤਾਂ ਵਿਦਾਊਟ ਆਰਗੂਮੈਂਟ ਵਾਲਾ ਚੱਲੂਗਾ। ਅਗਰ ਮੈਂ ਇਸ 'ਚ ਇੱਕ ਆਰਗੂਮੈਂਟ ਪਾਸ ਕਰਦਾ 5, ਹੁਣ ਕਿਹੜਾ ਚੱਲ ਰਿਹਾ? ਨੀਚੇ ਵਾਲਾ ਚੱਲ ਪੂਗਾ ਵਿਦ ਆਰਗੂਮੈਂਟ ਵਾਲਾ, ਠੀਕ ਹੈ ਨਾ। ਦਿਸ ਮੀਨਸ ਸੈਕਿੰਡ ਦੇ ਵਿੱਚ ਹੁਣ ਦੋ ਇਨਪੁਟ ਨਾਮ ਦੇ ਫੰਕਸ਼ਨ ਹੈ, ਇੱਕ ਵਿਦ 1 ਆਰਗੂਮੈਂਟ, ਇੱਕ ਵਿਦਾਊਟ ਆਰਗੂਮੈਂਟ। ਇਹ ਓਵਰ ਮੈਥਡ ਓਵਰ ਲੋਡਿੰਗ ਹੈ। ਜਦੋਂ ਇਹਨਾਂ ਦੇ ਆਰਗੂਮੈਂਟ ਵੀ ਸੇਮ ਹੈ, ਇਹ ਹੈਗੀ ਮੈਥਡ ਓਵਰ ਰਾਈਟਿੰਗ, ਠੀਕ ਹੈ ਨਾ। ਬਹੁਤ ਇੰਪੋਰਟੈਂਟ ਕੁਐਸਚਨ ਆਉਂਦਾ ਹੈ, ਡਿਫਰੈਂਸ ਬਿਟਵੀਨ ਮੈਥਡ ਓਵਰ ਲੋਡਿੰਗ ਐਂਡ ਮੈਥਡ ਓਵਰ ਰਾਈਟਿੰਗ। ਸਿੰਪਲੀ ਬੇਸ ਕਲਾਸ ਤੇ ਡਰਾਈਵਡ ਕਲਾਸ ਦੇ ਵਿੱਚ ਜਦੋਂ ਮੈਥਡ ਨੇਮ ਸੇਮ ਹੈ ਤੇ ਉਹਨਾਂ ਦੇ ਆਰਗੂਮੈਂਟ ਵੀ ਸੇਮ ਹਨ, ਉਸ ਨੂੰ ਆਪਾਂ ਕਹਿੰਦੇ ਆ ਮੈਥਡ ਓਵਰ ਰਾਈਡਿੰਗ। ਵੀ ਡਰਾਈਵਡ ਕਲਾਸ ਕਰਦੀ ਕੀ ਹੈ? ਜੋ ਬੇਸ ਕਲਾਸ ਦਾ ਮੈਥਡ ਹੈ ਉਸ ਨੂੰ ਕੀ ਕਰ ਦਿੰਦੀ ਆ? ਓਵਰਰਾਈਟ ਕਰ ਦਿੰਦੀ ਹੈ, ਮਤਲਬ ਉਸ ਨੂੰ ਚੇਂਜ ਕਰਕੇ ਉਸ ਦੀ ਡੈਫੀਨੇਸ਼ਨ ਨਵੀਂ ਦੇਤੀ। ਆਪਾਂ ਨਵੀਂ ਡੈਫੀਨੇਸ਼ਨ ਦੇ ਰਹੇ ਹਾਂ, ਇਸ ਕਰਕੇ ਉਸ ਨੂੰ ਆਪਾਂ ਓਵਰਰਾਈਡਿੰਗ ਬੋਲ ਰਹੇ ਹਾਂ, ਠੀਕ ਹੈ ਨਾ। ਦੈਨ ਇਹ ਤਾਂ ਹੈ ਆਪਣਾ ਮੈਥਡ ਓਵਰ ਰਾਈਡਿੰਗ। ਦੈਨ ਆਪਣੇ ਕੋਲ ਦੋ ਹੋਰ ਇੱਕ ਛੋਟੇ ਛੋਟੇ ਕੰਸੈਪਟ ਹੈ, ਫਾਈਨਲ ਐਂਡ ਅਬਸਟਰੈਕਟ। ਬਹੁਤ ਸਿੰਪਲ ਹੈ ਚੀਜ਼ ਸਮਝਣ ਦੇ ਲਈ, ਆਪਾਂ ਸਮਝਦੇ ਹਾਂ ਪਹਿਲਾਂ ਅਬਸਟਰੈਕਟ ਮੈਥਡ ਤੇ ਅਬਸਟਰੈਕਟ ਕਲਾਸ। ਲਾਈਕ ਪਹਿਲਾਂ ਆਪਾਂ ਸਮਝਦੇ ਕਰਦੇ ਹਾਂ, ਇੱਕ ਹੈਗਾ ਫਾਈਨਲ, ਇੱਕ ਹੈ ਅਬਸਟਰੈਕਟ। ਉਹਦੀ ਥਿਊਰੀ ਦੇਖਦੇ ਹਾਂ ਥੋੜੀ ਜਿਹੀ ਪਹਿਲਾਂ। ਫਾਈਨਲ, ਫਾਈਨਲ ਵੇਰੀਏਬਲ ਵੀ ਹੋ ਸਕਦਾ ਹੈ, ਵੇਰੀਏਬਲ ਨਹੀਂ ਕਵਾਂਗੇ ਆਪਾਂ, ਆਈਡੈਂਟੀਫਾਇਰ ਕਵਾਂਗੇ, ਠੀਕ ਹੈ ਨਾ। ਔਰ ਵੇਰੀਏਬਲ ਦਾ ਮਤਲਬ ਤਾਂ ਹੁੰਦਾ ਵੈਲਿਊ ਚੇਂਜ ਹੋ ਸਕੇ, ਆਪਾਂ ਆਈਡੈਂਟੀਫਾਇਰ ਕਵਾਂਗੇ। ਫਾਈਨਲ ਵੇਰੀਏਬਲ ਜਾਂ ਆਈਡੈਂਟੀਫਾਇਰ ਵੀ ਹੋ ਸਕਦਾ ਹੈ, ਫਾਈਨਲ ਮੈਥਡ ਵੀ ਹੋ ਸਕਦਾ ਹੈ, ਤੇ ਫਾਈਨਲ ਕਲਾਸ ਵੀ ਹੋ ਸਕਦੀ ਹੈ। ਜੋ ਫਾਈਨਲ ਹੈ ਉਹ ਤਿੰਨ ਚੀਜ਼ਾਂ ਹੋ ਸਕਦੀਆਂ। ਕਿਹੜੀ ਕਿਹੜੀ ਚੀਜ਼ ਫਾਈਨਲ ਹੋ ਸਕਦੀ ਹੈ? ਫਸਟ ਵੇਰੀਏਬਲ, ਸੈਕਿੰਡ ਮੈਥਡ, ਥਰਡ ਕਲਾਸ। ਫਾਈਨਲ ਆਈਡੈਂਟੀਫਾਇਰ ਦਾ ਮਤਲਬ, ਜਾਂ ਜਿਹੜਾ ਆਪਾਂ ਡਾਟਾ ਟਾਈਪ ਦਾ ਆਬਜੈਕਟ ਜਾਂ ਇਨਸਟੈਂਸ ਕ੍ਰੀਏਟ ਕਰਾਂਗੇ, ਜਿਵੇਂ ਇੰਟ a ਇਜ਼ ਇਕੁਅਲ ਟੂ 5। ਜੇ ਮੈਂ ਇਸ ਨੂੰ ਫਾਈਨਲ ਕਰਾਂ, ਫਾਈਨਲ ਬੇਸਿਕਲੀ ਸੇਮ ਉਹੀ ਚੀਜ਼ ਹੈ ਜੋ C++ ਕਨਸਟੈਂਟ ਹੁੰਦਾ ਸੀ, ਕਨਸਟ ਕੀਵਰਡ ਯੂਜ਼ ਕਰਦੇ ਸੀ। ਇਸ ਦੇ ਵਿੱਚ ਕਨਸਟ ਕੀਵਰਡ ਆਪਾਂ ਡਾਇਰੈਕਟਲੀ ਨਹੀਂ ਯੂਜ਼ ਕਰਦੇ, ਆਪਾਂ ਉਸ ਨੂੰ ਕਿਵੇਂ ਕਨਸਟੈਂਟ ਕਿਵੇਂ ਕ੍ਰੀਏਟ ਕਰਦੇ ਹਾਂ? ਫਾਈਨਲ ਦੇ ਨਾਲ ਆਪਾਂ ਲਿਖਾਂਗੇ ਫਾਈਨਲ ਇੰਟ a ਇਕੁਅਲ ਟੂ 5। ਦਿਸ ਮੀਨਸ ਹੁਣ a ਦੀ ਵੈਲਿਊ ਚੇਂਜ ਨਹੀਂ ਹੋ ਸਕਦੀ। ਕਲੀਅਰ ਹੈ? ਫਾਈਨਲ ਮਤਲਬ ਹੁਣ a ਦੀ ਵੈਲਿਊ ਫਾਈਨਲ ਹੈ। ਲਾਈਕ ਪਾਈ, ਪਾਈ ਦੀ ਵੈਲਿਊ ਆਪਾਂ ਫਾਈਨਲ ਰੱਖਣੀ ਹੈ ਵੀ ਪਾਈ ਦੀ ਵੈਲਿਊ ਇੰਨੀ ਹੈ, ਠੀਕ ਹੈ। ਕਿਉਂ ਕਿਸੇ ਕੈਲਕੂਲੇਸ਼ਨ 'ਚ ਬੇਸ ਆਪਾਂ ਫਾਈਨਲ ਰੱਖਣਾ, 10 ਹੈ, 2 ਹੈ, 8 ਹੈ, ਉਹ ਫਾਈਨਲ ਕਰ ਸਕਦੇ ਆਪਾਂ। ਫਾਈਨਲ ਮੈਥਡ, ਜਦੋਂ ਫਾਈਨਲ ਮੈਥਡ ਹੈ, ਇਸ ਦਾ ਮਤਲਬ ਕੀ ਹੈ? ਉਸ ਨੂੰ ਓਵਰਰਾਈਡ ਨਹੀਂ ਕੀਤਾ ਜਾ ਸਕਦਾ, ਠੀਕ ਹੈ ਨਾ। ਓਵਰਰਾਈਡ ਦਾ ਮਤਲਬ ਕੀ ਹੁੰਦਾ ਹੈ? ਵੀ ਉਸ ਦੀ ਡੈਫੀਨੇਸ਼ਨ ਨੂੰ ਚੇਂਜ ਕਰਨਾ ਹੈ। ਦਿਸ ਮੀਨਸ ਅਗਰ ਮੈਥਡ ਫਾਈਨਲ ਹੈ ਤਾਂ ਉਹਦੀ ਡੈਫੀਨੇਸ਼ਨ ਚੇਂਜ ਨਹੀਂ ਹੋ ਸਕਦੀ। ਅਗਰ ਕਲਾਸ ਫਾਈਨਲ ਹੈ, ਦਿਸ ਮੀਨਸ ਉਸ ਨੂੰ ਫਰਦਰ ਇਨਹੈਰਿਟ ਨਹੀਂ ਕੀਤਾ ਜਾ ਸਕਦਾ। ਫਾਈਨਲ ਮਤਲਬ ਹੁਣ ਇਹ ਚੀਜ਼ ਸਾਡੀ ਫਾਈਨਲ ਹੋ ਚੁੱਕੀ ਹੈ। ਫਾਈਨਲ ਇੰਸਟੈਂਸ ਜਾਂ ਫਾਈਨਲ ਆਇਡੈਂਟੀਫਾਇਰ ਮਤਲਬ ਇਹਦੀ ਵੈਲਿਊ ਦੁਬਾਰਾ ਨਹੀਂ ਚੇਂਜ ਹੋਊਗੀ। ਫਾਈਨਲ ਮੈਥਡ ਦਾ ਮਤਲਬ ਉਸ ਮੈਥਡ ਨੂੰ ਅਸੀਂ ਦੁਬਾਰਾ ਨਹੀਂ ਕ੍ਰੀਏਟ ਕਰ ਸਕਦੇ, ਮਤਲਬ ਉਸ ਨੂੰ ਓਵਰਰਾਈਡ ਨਹੀਂ ਕਰ ਸਕਦੇ। ਫਾਈਨਲ ਕਲਾਸ ਦਾ ਮਤਲਬ ਉਸ ਕਲਾਸ ਨੂੰ ਅਸੀਂ ਇਨਹੈਰਿਟ ਨਹੀਂ ਕਰ ਸਕਦੇ। ਆਪਾਂ ਇਹਨਾਂ ਤਿੰਨਾਂ ਦੀ ਐਗਜ਼ਾਮਪਲ ਦੇਖਦੇ ਹਾਂ ਇੱਕ ਇੱਕ। ਹੁਣ ਜੋ ਇਸ ਦੀ ਐਗਜ਼ਾਮਪਲ ਹੈ,
ਲਾਈਕ ਸਪੋਜ਼ ਆਪਾਂ ਇੱਥੇ ਇੱਕ ਵੇਰੀਏਬਲ ਕ੍ਰੀਏਟ ਕੀਤਾ ਹੈ int a equal to 5, a equal to 10 plus a, ठीक है। फर्स्ट क्लास च ਅਸੀਂ ਇੱਕ ਵੇਰੀਏਬਲ ਬਣਾਇਆ, इंस्टांस क्रिएट किया इंटीजर टाइप का a, उसकी वैल्यू कितनी है 5 है, इनपुट के विच मैं a की वैल्यू 10 करती तो उसनू मैं प्रिंट करता, ठीक है। आप इसनू हले टेस्ट 2 दे दें, आप हम नीचे वाली क्लास यूज़ नहीं कर रहे, ठीक है ना, ऑप्शनल है, आप बनाई नहीं। आप किहड़ा मैथड चला रहे हैं, इनपुट मैथड चला रहे हैं, ए वाला मैथड चला रहे हैं। इसनू रन करते हैं, आंसर की आना चाहिए साडा 5 के 10, सेव करो प्रोग्राम पहला, फिर आप उसनू कंपाइल करो। इस दे विच आ गया अपना एरर इनपुट। जो अपना इनपुट मैथड है ये की है अपना विदाउट आर्गूमेंट है, जिहड़ा इनपुट 2 है ये विद आर्गूमेंट है, सॉरी इनपुट 2 विद आर्गूमेंट बनाया सी आपां, पुरानी एग्जांपल दा 5 है इत्थे, आप इनू हटा देंगे पहला। कंपाइल किया है, रन किया है, आंसर क्या आ गया फर्स्ट 10, ठीक है ना, फर्स्ट 10, क्योंकि ए दी वैल्यू कितनी होगी 10 है ना, ए दी वैल्यू पहला कितनी सी 5, असी उसनू की करता ओवरराइट करता, ए दी वैल्यू नू 10 करता, हुण की प्रिंट हो गया 10। हुण अगर मैं इत्थे लिखदा फाइनल, दिस मीनस हुण ए की है फाइनल है, हुण इस जगह ते की आना चाहिए साडा एरर, कैन नॉट असाइन ए वैल्यू टू फाइनल वेरिएबल ए, ठीक है। जो ए है वो किस टाइप का वेरिएबल है, फाइनल टाइप का वेरिएबल है, फाइनल टाइप का वेरिएबल की होंदा है कॉन्सटेंट होंदा है, दिस मीनस उसनू उस दे विच असीं नवी वैल्यू नहीं असाइन कर सकते, ये तो है अपना फाइनल वेरिएबल, ठीक है ना, जो फाइनल इंस्टांस, जो आप उसकी वैल्यू चेंज नहीं कर सकते, फाइनल वेरिएबल। हुण एक चीज़ होर, इस दे विच आपां एरर जिहड़े आने चाहिए साडे प्रोग्राम दे विच, जे एरर नहीं आ रहा दिस मीन साडा प्रोग्राम गलत है, अगर एरर आ रहा दिस मीन प्रोग्राम साडा ठीक है। क्लीयर है ना, ये ना हो भी तुसीं एरर रिमूव करी जाओ, भी एरर रिमूव करने हैं, एरर आना चाहिए। अगर फाइनल वेरिएबल की असीं वैल्यू चेंज करते हैं दिस मीनस उस दे विच एरर आना चाहिए। चलो ये तो हो गया फाइनल वेरिएबल, इसनूं आपां करदे हां हुण खत्म। वैसे तो मैं वीडियो शेयर करूँगा, चैट दे विच लिखण दा फायदा नहीं है, ठीक है, वीडियो शेयर ही कर लांगे आपां। हुण आपां करदे हां फाइनल मैथड, लाइक एक इस चीज़ दी एग्जांपल है अपनी, मैथड ओवरराइडिंग दी, मैथड ओवरराइडिंग की सी आपां ओवरराइड करता इनपुट नूं, उस दे विच आंसर किया गया साडा सेकंड। हुण मैं इस इनपुट के अगे लिखता है फाइनल, दिस मीनस हुण इस इनपुट नूं, इस मैथड नूं असीं ओवरराइड नहीं कर सकते, मतलब इस इनपुट नाम का मैथड असीं दोबारा नहीं बना सकते, किहदे विच नहीं बना सकते, उसकी ड्राइव्ड क्लास दे विच। क्लीयर है ना, भी सेम नेम का मैथड दोबारा नहीं बन सकता है, क्योंकि वो मैथड नूं असीं की कर चुके हैं, फाइनल कर चुके हैं, एक तरह नाल लॉक कर चुके हैं, भी इसकी वर्किंग हुण लॉक है। आपां कंपाइल करके देखते हैं की एरर आ गया, इनपुट इन सेकंड कैन नॉट ओवरराइड इनपुट इन फर्स्ट, ओवरराइड मैथड इज फाइनल। जो आप ओवरराइड कर रहे हैं मैथड, इनपुट नाम का मैथड ओवरराइड कर रहे हैं, वो किस टाइप का है, वो फाइनल टाइप का है, दिस मीनस आप उसनूं ओवरराइड नहीं कर सकते, सिंपल इन्नी ही गल है। क्लीयर है ना। थर्ड फाइनल क्लास, फाइनल क्लास सेव किया प्रोग्राम, कैन नॉट इनहेरिट फ्रॉम फाइनल फर्स्ट, क्लास सेकंड एक्सटेंड्स फर्स्ट, मतलब फर्स्ट किस टाइप की क्लास है, फाइनल टाइप की क्लास है, दिस मीनस उसनूं की नहीं किया जा सकता, उसनूं इनहेरिट नहीं किया जा सकता। हुण फाइनल दे विच जदों असीं किसी चीज़ नूं चेंज नहीं करना,
ਅਸੀਂ ਚਾਹੁੰਦੇ ਹਾਂ ਵੀ ਇਸ ਮੈਥਡ ਨੂੰ ਅਸੀਂ ਦੁਬਾਰਾ ਨਾ ਬਣਾ ਦਈਏ ਕਿਤੇ ਐਕਸੀਡੈਂਟਲੀ, ਜਾਂ ਇਸ ਕਲਾਸ ਨੂੰ ਐਕਸੀਡੈਂਟਲੀ ਇਨਹੈਰਿਟ ਨਾ ਕਰ ਲਈਏ। ਵੀ ਆਪਾਂ ਚਾਹੁੰਦੇ ਵੀ ਇਸ ਕਲਾਸ ਨੂੰ ਇਨਹੈਰਿਟ ਨਹੀਂ ਕਰਨਾ, ਇਹ ਫਾਈਨਲ ਹੋ ਚੁੱਕੀ ਹੈ, ਸਾਡੀ ਕਲਾਸ ਲੌਕ ਹੋ ਚੁੱਕੀ ਹੈ। ਦਿਸ ਮੀਨਸ ਉਸ ਕਲਾਸ ਦੇ ਅੱਗੇ ਆਪਾਂ ਕੀ ਲਿਖ ਦਾਂਗੇ, ਫਾਈਨਲ ਲਿਖ ਦਾਂਗੇ। ਦਿਸ ਮੀਨਸ ਉਸ ਕਲਾਸ ਨੂੰ ਅਸੀਂ ਇਨਹੈਰਿਟ ਨਹੀਂ ਕਰ ਸਕਦੇ। ਸਿਮਿਲਰਲੀ ਫਾਈਨਲ ਵੇਰੀਏਬਲ ਹੋ ਸਕਦਾ ਹੈ ਇੰਟ ਫਾਈਨਲ ਇੰਟ a = 5। ਦਿਸ ਮੀਨਸ ਇਸ ਦੀ ਵੈਲਿਊ ਚੇਂਜ ਨਹੀਂ ਹੋ ਸਕਦੀ। ਫਾਈਨਲ ਜਿਹੜਾ ਮੈਥਡ ਹੈ ਦਿਸ ਮੀਨਸ ਉਸ ਨੂੰ ਓਵਰਰਾਈਡ ਨਹੀਂ ਹੋ ਸਕਦਾ, ਇਹ ਇਨਹੈਰਿਟ ਨਹੀਂ ਹੋ ਸਕਦਾ। ਠੀਕ ਹੈ, ਜੋ ਫਾਈਨਲ ਵੇਰੀਏਬਲ ਹੈ ਉਹ ਚੇਂਜ ਨਹੀਂ ਹੋ ਸਕਦਾ, ਜੋ ਫਾਈਨਲ ਮੈਥਡ ਹੈ ਉਹ ਓਵਰਰਾਈਡ ਨਹੀਂ ਹੋ ਸਕਦਾ। ਕਲੀਅਰ ਹੈ? 3 ਟਰਮਸ ਹੈ ਬਸ ਇਸ ਦੇ ਵਿੱਚ। ਛੋਟਾ ਜਿਹਾ ਟੌਪਿਕ ਹੈ ਆਪਣਾ ਫਾਈਨਲ। ਕੀ ਚੀਜ਼ ਹੈ ਫਾਈਨਲ, ਛੋਟਾ ਜਿਹਾ ਦੁਬਾਰਾ ਰਿਪੀਟ ਕਰ ਲਈਏ ਆਪਾਂ। ਫਾਈਨਲ ਕੀਵਰਡ ਯੂਜ਼ ਹੁੰਦਾ ਤਿੰਨ ਤਰ੍ਹਾਂ ਨਾਲ, ਵੇਰੀਏਬਲ ਦੇ ਨਾਲ, ਮੈਥਡ ਦੇ ਨਾਲ ਤੇ ਕਲਾਸ ਦੇ ਨਾਲ। ਫਾਈਨਲ ਵੇਰੀਏਬਲ ਮਤਲਬ ਉਸ ਨੂੰ ਅਸੀਂ ਚੇਂਜ ਨਹੀਂ ਕਰ ਸਕਦੇ। ਫਾਈਨਲ ਮੈਥਡ ਮਤਲਬ ਅਸੀਂ ਉਸ ਨੂੰ ਓਵਰਰਾਈਡ ਨਹੀਂ ਕਰ ਸਕਦੇ। ਫਾਈਨਲ ਕਲਾਸ ਮਤਲਬ ਅਸੀਂ ਉਸ ਨੂੰ ਇਨਹੈਰਿਟ ਨਹੀਂ ਕਰ ਸਕਦੇ। ਠੀਕ ਹੈ, ਜੋ ਫਾਈਨਲ ਹੈ। ਹੁਣ ਜੋ ਅਬਸਟਰੈਕਟ ਹੈ, ਜੋ ਨੈਕਸਟ ਟੌਪਿਕ ਹੈ ਆਪਣਾ ਅਬਸਟਰੈਕਟ, ਉਹ ਬਿਲਕੁਲ ਫਾਈਨਲ ਤੋਂ ਰਿਵਰਸ ਹੈ। ਅਬਸਟਰੈਕਟ ਦੇ ਲਈ ਆਪਾਂ ਨੂੰ ਫਾਈਨਲ ਦਾ ਕਨਸੈਪਟ ਪਤਾ ਹੋਣਾ ਚਾਹੀਦਾ ਪਹਿਲਾਂ। ਠੀਕ ਹੈ ਨਾ? ਜਦੋਂ ਆਪਾਂ ਅਬਸਟਰੈਕਟ ਕੀਵਰਡ ਦੀ ਗੱਲ ਕਰਦੇ ਹਾਂ, ਇਹ ਐਗਜ਼ੈਕਟਲੀ ਆਪੋਜ਼ਿਟ ਹੈ, ਕੰਪਲੀਮੈਂਟ ਹੈ ਫਾਈਨਲ ਦਾ। ਮਤਲਬ ਅਬਸਟਰੈਕਟ ਮੈਥਡ ਹੋ ਸਕਦਾ ਹੈ, ਅਬਸਟਰੈਕਟ ਕਲਾਸ ਹੋ ਸਕਦੀ ਹੈ। ਅਬਸਟਰੈਕਟ ਮੈਥਡ ਵੀ ਹੋ ਸਕਦਾ ਹੈ, ਅਬਸਟਰੈਕਟ ਕਲਾਸ ਵੀ ਹੋ ਸਕਦੀ ਹੈ। ਅਬਸਟਰੈਕਟ ਮੈਥਡ ਨੂੰ ਓਵਰਰਾਈਡ ਕਰਨਾ ਜ਼ਰੂਰੀ ਹੈ, ਕੰਪਲਸਰੀ ਹੈ। ਸਿਮਿਲਰਲੀ ਅਬਸਟਰੈਕਟ ਕਲਾਸ ਨੂੰ ਇਨਹੈਰਿਟ ਕਰਨਾ ਹੈ, ਕੰਪਲਸਰੀ ਹੈ। ਠੀਕ ਹੈ, ਜੋ ਆਪਣਾ ਮੈਥਡ ਹੈ, ਜੋ ਫਾਈਨਲ ਸੀ, ਫਾਈਨਲ ਦਾ ਮਤਲਬ ਸੀ ਉਸ ਨੂੰ ਓਵਰਰਾਈਡ ਨਹੀਂ ਕੀਤਾ ਜਾ ਸਕਦਾ। ਫਾਈਨਲ ਦਾ ਮਤਲਬ ਸੀ ਉਸ ਨੂੰ ਓਵਰਰਾਈਡ ਨਹੀਂ ਕਰਨਾ ਆਪਾਂ, ਜਦਕਿ ਅਬਸਟਰੈਕਟ ਦਾ ਮਤਲਬ ਹੈ ਉਸ ਨੂੰ ਓਵਰਰਾਈਡ ਕਰਨਾ ਹੈ, ਕੰਪਲਸਰੀ ਹੈ। ਫਾਈਨਲ ਦਾ ਮਤਲਬ ਸੀ ਇਨਹੈਰਿਟ ਨਹੀਂ ਕਰਨੀ ਕਲਾਸ, ਅਬਸਟਰੈਕਟ ਦਾ ਮਤਲਬ ਹੈ ਇਨਹੈਰਿਟ ਕਰਨੀ, ਕੰਪਲਸਰੀ ਹੈ। ਜੋ ਅਬਸਟਰੈਕਟ ਕਲਾਸ ਹੈ ਉਸ ਦਾ ਆਬਜੈਕਟ ਨਹੀਂ ਬਣ ਸਕਦਾ। We cannot create instance of an abstract class. Abstract class ਦਾ ਇੰਸਟੈਂਸ ਨਹੀਂ ਕ੍ਰੀਏਟ ਕੀਤਾ ਜਾ ਸਕਦਾ, ਉਸ ਦਾ ਆਬਜੈਕਟ ਨਹੀਂ ਬਣ ਸਕਦਾ। ਦਿਸ ਮੀਨਸ ਉਸ ਨੂੰ ਅਸੀਂ ਯੂਜ਼ ਹੀ ਨਹੀਂ ਕਰ ਸਕਦੇ ਡਾਇਰੈਕਟਲੀ। ਸੋ ਉਸ ਨੂੰ ਯੂਜ਼ ਕਿਵੇਂ ਕਰਾਂਗੇ? ਵਿਦ ਇਨਹੈਰੀਟੈਂਸ। ਮਤਲਬ ਉਸ ਨੂੰ ਡਾਇਰੈਕਟਲੀ ਨਹੀਂ ਯੂਜ਼ ਕੀਤਾ ਜਾ ਸਕਦਾ, ਉਸ ਨੂੰ ਇਨਹੈਰੀਟੈਂਸ ਦੇ ਥਰੂ ਯੂਜ਼ ਕੀਤਾ ਜਾ ਸਕਦਾ ਹੈ। ਹਾਂ, ਫਾਈਨਲ ਜੋ ਅਬਸਟਰੈਕਟ ਹੈ ਉਹ ਕੀ ਹੈ? ਬੇਸਿਕਲੀ ਉਹਦਾ ਰਿਵਰਸ ਹੈ, ਉਸ ਤੋਂ ਆਪੋਜ਼ਿਟ ਹੈ। ਹੁਣ ਜੋ ਅਬਸਟਰੈਕਟ ਮੈਥਡ ਹੈ ਉਸਦੀ ਕੇਵਲ ਡੈਫੀਨੇਸ਼ਨ ਨਹੀਂ ਹੁੰਦੀ, ਜਾਂ ਸੌਰੀ ਆਪਾਂ ਇਹ ਕਹਾਂਗੇ ਉਸਦੀ ਖਾਲੀ ਡੈਕਲੇਰੇਸ਼ਨ ਹੁੰਦੀ ਹੈ, ਉਸਦੀ ਡੈਫੀਨੇਸ਼ਨ ਨਹੀਂ ਹੁੰਦੀ। ਇਹ ਕਲਾਸ ਹੈ ਆਪਣੀ ਫਸਟ, ਕੁਛ ਵੇਰੀਏਬਲਸ ਹੈ A B C, ਕੁਛ ਮੈਥਡ ਹੈ, void output A = 10, B = 20, C = A + B। C जो सम है वो कितना है अपना +C सपोज। ठीक है, जो मेन ਆਪਾਂ देखना अबस्ट्रैक्ट, जो अबस्ट्रैक्ट मैथड है उसकी डेफिनेशन नहीं है, वो केवल डेक्लेरेशन है, बस इन्नी कि सपोज ये अपना एक अबस्ट्रैक्ट मैथड है। ਹੁਣ ਸੈਕਿੰਡ ਕਲਾਸ ਹੈ ਕਿਸ ਤੋਂ ਇਨਹੈਰਿਟ ਹੋ ਰਹੀ ਹੈ? ਫਸਟ। ਇਸ ਦੇ ਵਿੱਚ ਮੈਂ ਇੱਕ ਫੰਕਸ਼ਨ ਬਣਾ ਲਿਆ ਆਊਟਪੁੱਟ 2। ਠੀਕ ਹੈ, ਫਸਟ ਕਲਾਸ ਦਾ ਮੈਂ ਸੈਕਿੰਡ ਕਲਾਸ ਦਾ ਆਬਜੈਕਟ ਬਣਾਇਆ, ਇੱਕ ਇਹਦੇ ਚ ਫੰਕਸ਼ਨ ਹੈ ਆਊਟਪੁੱਟ, ਮੈਂ ਉਹ ਐਗਜ਼ੀਕਿਊਟ ਕੀਤਾ ਹੈ। ਇੱਕ ਇਸ ਚ ਫੰਕਸ਼ਨ ਹੈ ਆਊਟਪੁੱਟ 2, ਮੈਂ ਉਹ ਐਗਜ਼ੀਕਿਊਟ ਕਰ ਲਿਆ। ਕਲੀਅਰ ਹੈ? ਜਦੋਂ ਆਪਾਂ ਇਨਹੈਰਿਟ ਕੀਤਾ ਹੈ, ਫਸਟ ਕਲਾਸ ਦੇ ਸਾਰੇ ਫੀਚਰਸ ਨੀਚੇ ਆ ਗਏ। ਸੈਕਿੰਡ ਕਲਾਸ ਦੇ ਵਿੱਚ ਮੈਂ ਇੱਕ ਨਵਾਂ ਮੈਥਡ ਬਣਾ ਲਿਆ ਆਊਟਪੁੱਟ 2। ਜਦੋਂ ਮੈਂ ਸੈਕਿੰਡ ਦਾ ਆਬਜੈਕਟ ਬਣਾਇਆ, ਇੱਕ ਮੈਂ ਆਊਟਪੁੱਟ ਕਾਲ ਕਰ ਲਿਆ, ਕਿਹੜਾ?
ਇਹ ਵਾਲਾ ਆਊਟਪੁੱਟ, ਇੱਕ ਮੈਂ ਆਊਟਪੁੱਟ 2 ਕਾਲ ਕਰ ਲਿਆ ਇਹ ਵਾਲਾ। ਦਿਸ ਮੀਨਸ ਜਦੋਂ ਆਪਾਂ ਰਨ ਕਰਾਂਗੇ ਪ੍ਰੋਗਰਾਮ, ਸਭ ਮੇਰੇ ਅਕੋਰਡਿੰਗ ਕੁਛ ਆਪਾਂ ਕਹੀਏ ਵੀ ਆਨਸਰ ਐਸਾ ਆਉਣਾ ਚਾਹੀਦਾ, ਸਮ ਆ ਜਾਣਾ ਚਾਹੀਦਾ, ਸਮ ਇਜ਼ ਇਕੁਅਲ ਟੂ 30 ਤੇ ਆਪਣਾ ਇੱਕ ਸੈਕਿੰਡ ਲਿਖਿਆ ਆਉਣਾ ਚਾਹੀਦਾ, ਠੀਕ ਹੈ। ਬਟ ਹੁਣ ਇਸ ਜਗ੍ਹਾ ਕੀ ਹੈ, ਫਸਟ ਇਜ਼ ਨੋਟ abstract and does not override abstract method input in first class। ਜੋ ਫਸਟ ਕਲਾਸ ਦਾ ਹੈ ਇਨਪੁਟ ਮੈਥਡ ਹੈ, ਉਸ ਨੂੰ ਇੱਥੇ ਓਵਰਰਾਈਡ ਨਹੀਂ ਕੀਤਾ ਆਪਾਂ, ਮਤਲਬ ਉਸ ਨੂੰ ਅਸੀਂ ਕ੍ਰੀਏਟ ਨਹੀਂ ਕੀਤਾ ਹੈ। ਜੋ ਅਬਸਟਰੈਕਟ ਮੈਥਡ ਹੈ ਉਸ ਨੂੰ ਓਵਰਰਾਈਡ ਕਰਨਾ ਕੰਪਲਸਰੀ ਹੈ, ਜ਼ਰੂਰੀ ਹੈ। ਲਾਈਕ ਫਾਈਨਲ ਮੈਥਡ ਨੂੰ ਅਸੀਂ ਓਵਰਰਾਈਡ ਨਹੀਂ ਕਰ ਸਕਦੇ, ਠੀਕ ਹੈ। ਅਬਸਟਰੈਕਟ ਨੂੰ ਸਾਨੂੰ ਉਸ ਨੂੰ ਓਵਰਰਾਈਡ ਕਰਨਾ ਹੀ ਪੈਣਾ, ਮਤਲਬ ਮੈਨੂੰ ਇੱਥੇ void ਇਨਪੁਟ ਯੂਜ਼ ਕਰਨਾ ਹੀ ਪੈਣਾ ਹੈ, ਚਾਹੇ ਉਸ ਨੂੰ ਕੇਵਲ ਇੰਨਾ ਕੀ ਛੋੜ ਦਿਓ, ਠੀਕ ਹੈ, ਵੀ ਉਸ 'ਚ ਕੁਛ ਲਿਖੀਏ ਨਾ, ਬਲੈਂਕ ਹੀ ਛੋੜ ਦਿਓ, ਮਤਲਬ ਉਹਦੀ ਡੈਫੀਨੇਸ਼ਨ ਦੇਣੀ ਜ਼ਰੂਰੀ ਹੈ ਇਨਪੁਟ ਮੈਥਡ। ਇਸ ਦੇ ਵਿੱਚ ਆ ਰਿਹਾ ਓਵਰਰਾਈਡ ਅਬਸਟਰੈਕਟ ਮੈਥਡ। ਜੋ ਆਪਣੀ ਇਹ ਹੈ, ਜਿਹੜਾ ਆਪਣਾ ਅਬਸਟਰੈਕਟ ਮੈਥਡ ਹੈ, ਜਿਹੜਾ ਅਬਸਟਰੈਕਟ ਮੈਥਡ ਹੈ ਉਸ ਦੀ ਕਲਾਸ ਦਾ ਆਪਾਂ ਆਬਜੈਕਟ ਨਹੀਂ ਕ੍ਰੀਏਟ ਕਰ ਸਕਦੇ, ਸੋ ਕਲਾਸ ਵੀ ਕੀ ਹੋਣੀ ਚਾਹੀਦੀ ਹੈ ਆਪਣੀ ਅਬਸਟਰੈਕਟ। ਲਾਈਕ ਟੈਸਟ ਸਮ 30। ਆਪਾਂ ਇਸ ਨੂੰ ਥੋੜਾ ਜਿਹਾ ਇਹ ਦੇਖਦੇ ਹਾਂ, ਜਿਸ ਕਲਾਸ ਦੇ ਵਿੱਚ ਅਬਸਟਰੈਕਟ ਮੈਥਡ ਹੈ ਉਹ ਕਲਾਸ ਕੀ ਹੁੰਦੀ ਹੈ ਆਪਣੀ ਅਬਸਟਰੈਕਟ ਕਲਾਸ, ਬਿਕੋਜ਼ ਅਬਸਟਰੈਕਟ ਮੈਥਡ ਨੂੰ ਓਵਰਰਾਈਡ ਕਰਨਾ ਜ਼ਰੂਰੀ ਹੈ। ਓਵਰਰਾਈਡ ਕਿਸ 'ਚ ਹੋਊਗਾ, ਇਨਹੈਰੀਟੈਂਸ ਦੇ ਵਿੱਚ। ਦਿਸ ਮੀਨਸ ਜਿਹੜੀ ਉਹ ਕਲਾਸ ਹੈ ਉਸ ਨੂੰ ਉਸ ਕਲਾਸ ਨੂੰ ਇਨਹੈਰਿਟ ਕਰਨਾ ਕੰਪਲਸਰੀ ਹੈ, ਉਸ ਕਲਾਸ ਨੂੰ ਇਨਹੈਰਿਟ ਕਰਨਾ ਜ਼ਰੂਰੀ ਹੈ। ਅਗਰ ਮੈਂ ਸਪੋਜ਼ ਆਪਾਂ ਇੱਥੇ ਇਨਪੁਟ ਨਹੀਂ ਬਣਾਉਂਦੇ, ਠੀਕ ਹੈ, ਆਊਟਪੁੱਟ ਸੇਮ ਉਹੀ ਹੈ, ਬਟ ਹੁਣ ਮੇਰੀ ਇੱਥੇ ਇਹ ਜ਼ਰੂਰੀ ਨਹੀਂ ਹੈ ਵੀ ਮੈਂ ਇੱਥੇ ਇਨਪੁਟ ਨਾਮ ਦਾ ਮੈਥਡ ਬਣਾਵਾਂ। ਮੈਂ ਕੋਈ ਵੀ ਮੈਥਡ ਬਣਾ ਸਕਦਾ, ਇਨਪੁਟ 33 ਜਾਂ 333 ਆਊਟਪੁੱਟ ਬਣਾ ਰਹੇ ਆਪਾਂ ਇਨਪੁਟ, ਠੀਕ ਹੈ ਨਾ। ਮੈਂ ਇਨਪੁਟ ਕਿਸੇ ਵੀ ਨਾਮ ਦਾ ਮੈਥਡ ਬਣਾ ਸਕਦਾ, ਇਨਪੁਟ 333 ਕਰਤਾ ਮੈਂ ਇੱਥੇ, ਉਸ ਨੂੰ ਕਾਲ ਕਰ ਲਿਆ x ਡਾਟ ਇਨਪੁਟ 333, ਉਹ ਚੱਲ ਪੂਗਾ ਆਪਣਾ, ਹੈ ਨਾ, ਇਨਪੁਟ ਮੈਥਡ। ਜੋ ਆਪਣਾ ਓਵਰ ਅਬਸਟਰੈਕਟ ਮੈਥਡ ਹੈ, ਇਹ ਧਿਆਨ ਦੇਣ ਵਾਲੀ ਗੱਲ ਹੈ ਵੀ ਜਿਹੜਾ ਅਬਸਟਰੈਕਟ ਮੈਥਡ ਹੈ ਹੁਣ ਉਸਦੀ ਜ਼ਰੂਰਤ ਕੀ ਹੈ। ਅਬਸਟਰੈਕਟ ਮੈਥਡ ਮੈਨੂੰ ਬਾਉਂਡ ਕਰ ਦਿੰਦਾ ਹੈ ਵੀ ਮੈਂ ਮੈਥਡ ਦਾ ਨਾਮ ਇਹੀ ਰੱਖਣਾ, ਜਾਂ ਮੈਂ ਇਸ ਮੈਥਡ ਨੂੰ ਇਨਹੈਰਿਟ ਜਾਂ ਓਵਰਰਾਈਡ ਕਰਨਾ ਹੀ ਕਰਨਾ ਹੈ। ਲਾਈਕ ਮੈਂ ਹੁਣ void ਇਨਪੁਟ ਲਿਖਤਾ ਇੱਥੇ, ਦਿਸ ਮੀਨਸ ਹੁਣ ਉਸ ਦਾ ਪ੍ਰੋਬਲਮ ਆ ਗਈ, ਮਿਸਿੰਗ ਬੋਡੀ, ਡਿਕਲੇਅਰ ਅਬਸਟਰੈਕਟ ਮੈਥਡ ਦਿਸ। ਜਿਹੜਾ ਅਬਸਟਰੈਕਟ ਮੈਥਡ ਹੈ, ਸੌਰੀ ਆਪਾਂ ਇਹਦੇ ਅਬਸਟਰੈਕਟ ਨਹੀਂ ਲਿਖਿਆ, ਠੀਕ ਹੈ। ਸੈਕਿੰਡ ਇਜ਼ ਨੋਟ ਅਬਸਟਰੈਕਟ ਐਂਡ ਡਸ ਨੋਟ ਓਵਰਰਾਈਡ ਅਬਸਟਰੈਕਟ ਮੈਥਡ। ਇਸ ਦੇ ਵਿੱਚ ਆਪਾਂ ਇਸ ਨੂੰ ਬਾਉਂਡ ਕਰਤਾ ਹੈ ਵੀ ਹੁਣ ਜਿਹੜੀ ਇਸ ਨੂੰ ਇਨਹੈਰਿਟ ਕਰੂਗੀ ਕਲਾਸ, ਸੈਕਿੰਡ ਕਲਾਸ, ਉਸ ਦੇ ਵਿੱਚ ਇਨਪੁਟ ਨਾਮ ਦਾ ਹੋਣ ਦਾ ਮੈਥਡ ਜ਼ਰੂਰੀ ਹੈ। ਮਤਲਬ ਇਸ 'ਚ ਜਿਹੜਾ ਨਾਮ ਹੈ ਉਹਦਾ ਕੀ ਹੋਣਾ ਚਾਹੀਦਾ, ਇਨਪੁਟ ਹੀ ਹੋਣਾ ਚਾਹੀਦਾ। ਹੁਣ ਇਸ ਦਾ ਫਾਇਦਾ ਕੀ ਹੈ, ਕੰਪਲੀਕੇਟਡ ਬਣਾ ਰਿਹਾ ਇਹ ਤਾਂ ਐਵੇਂ ਲੱਗਦਾ ਪ੍ਰੋਗਰਾਮ ਨੂੰ, ਠੀਕ ਹੈ। ਇਸ ਦਾ ਫਾਇਦਾ ਕੀ ਹੈ, ਸਪੋਜ਼ ਇੱਕ ਬੇਸ ਕਲਾਸ ਹੈ, ਉਸ ਤੋਂ ਅਸੀਂ 10-15 ਕਲਾਸਿਸ ਇਨਹੈਰਿਟ ਕਰਨੀਆਂ, ਠੀਕ ਹੈ। ਮੈਂ ਤੁਹਾਨੂੰ ਸਾਰੇ ਸਟੂਡੈਂਟਸ ਨੂੰ ਇੱਕ ਬੇਸ ਕਲਾਸ ਬਣਾ ਕੇ ਦੇਤੀ ਵੀ ਤੁਸੀਂ ਸਾਰੇ ਜਣੇ ਇਸ ਨੂੰ ਇਨਹੈਰਿਟ ਕਰਕੇ ਇੱਕ ਨਵੀਂ ਕਲਾਸ ਬਣਾ ਲਓ। ਜਿਵੇਂ ਮੈਂ ਪਰਸਨ ਕਲਾਸ ਬਣਾ ਕੇ ਦੇਤੀ, ਇੱਕ ਨੂੰ ਕਹਤਾ ਸਟੂਡੈਂਟ ਕਲਾਸ ਬਣਾ, ਕਿਸੇ ਨੂੰ ਕਹਤਾ ਟੀਚਰ, ਕਿਸੇ ਨੂੰ ਕਹਤਾ HOD, ਕਿਸੇ ਨੂੰ ਕਹਤਾ ਕਲਰਕ ਕਲਾਸ, ਕਿਸੇ ਨੂੰ ਕਹਤਾ ਮੈਨੇਜਰ, ਕਿਸੇ ਨੂੰ ਡੀਨ, ਮਤਲਬ ਸਾਰਿਆਂ ਨੂੰ ਦੇਤਾ ਮੈਂ। ਹੁਣ ਸਾਰਿਆਂ ਨੇ ਕੀ ਕਰਨਾ, ਆਪਣੇ ਨਾਮ ਦੇ ਆਪਣੇ ਹਿਸਾਬ ਨਾਲ ਮੈਥਡ ਬਣਾ ਦੇਣੇ, ਇਨਪੁਟ ਡਾਟਾ, ਆਊਟਪੁੱਟ ਡਾਟਾ, ਡਿਸਪਲੇ, ਪ੍ਰਿੰਟ, ਸ਼ੋ ਡਾਟਾ, ਠੀਕ ਹੈ ਨਾ। ਉਹਦੇ ਨਾਲ ਕੀ ਉਹ ਸਮਝ ਹੀ ਨਹੀਂ ਆਉਣਾ ਵੀ ਕਿਹੜੇ ਕਿਹੜੇ ਮੈਥਡ ਹੈ। ਅਗਰ ਮੈਂ ਉਸ 'ਚ 2 ਅਬਸਟਰੈਕਟ ਮੈਥਡ ਪਾ ਕੇ ਦੇ ਦਾਂ, ਇੱਕ ਦਾ ਨਾਮ ਇਨਪੁਟ ਰੱਖਦਾ, ਇੱਕ ਦਾ ਨਾਮ ਆਊਟਪੁੱਟ ਰੱਖਦਾ, ਦਿਸ ਮੀਨਸ ਤੁਹਾਨੂੰ ਉਹੀ ਮੈਥਡ ਬਣਾਉਣੇ ਪੈਣੇ। ਇੱਕ ਦਾ ਨਾਮ ਤੁਸੀਂ ਇਨਪੁਟ ਰੱਖੋਗੇ ਜਿਸ 'ਚ ਵੈਲਿਊਜ਼ ਇਨਪੁਟ ਕਰ ਲਓ, ਇੱਕ ਦਾ ਨਾਮ ਮੈਥਡ ਤੁਸੀਂ ਕੀ ਰੱਖ ਲਓਗੇ, ਆਊਟਪੁੱਟ ਰੱਖ ਲਓ। ਇਹ ਇਸ ਦਾ ਮੇਨ ਮੋਟਿਵ ਹੈ
ਵੀ ਅਸੀਂ ਬਾਉਂਡ ਕਰਤਾ ਹੈ ਵੀ ਇਸ ਕਲਾਸ ਨੂੰ ਇਸ ਜਿਹੜਾ ਆਪਣਾ ਮੈਥਡ ਹੈ ਇਨਪੁਟ ਉਸ ਨੂੰ ਇਨਹੈਰਿਟ ਕਰਨਾ ਹੈ ਕੰਪਲਸਰੀ ਹੈ, ਮਤਲਬ ਉਸ ਇਨਹੈਰਿਟ ਕਰਨਾ ਹੈ, ਸੌਰੀ ਉਸ ਨੂੰ ਓਵਰਰਾਈਡ ਕਰਨਾ ਹੈ ਕੰਪਲਸਰੀ ਹੈ। ਸਿਮਿਲਰਲੀ ਜਿਹੜੀ ਕਲਾਸ ਹੈ ਫਸਟ, ਮੈਂ ਇੱਥੇ ਫਸਟ ਕਲਾਸ ਦਾ ਆਬਜੈਕਟ ਬਣਾਉਣਾ ਹੈ। ਫਸਟ ਉਸ ਵਿੱਚ ਕਿਹੜਾ ਮੈਥਡ ਹੈ, ਕੇਵਲ ਆਊਟਪੁੱਟ ਮੈਥਡ ਹੈ, ਬਾਕੀ ਆਪਾਂ ਕੱਟ ਦਿੰਦੇ ਹਾਂ। ਫਸਟ ਕਲਾਸ ਦਾ ਆਬਜੈਕਟ ਬਣਾਇਆ, ਉਸ ਦਾ ਇੱਕ ਮੈਥਡ ਹੈ ਆਊਟਪੁੱਟ, ਮੈਂ ਉਸ ਨੂੰ ਇੱਥੇ ਕਾਲ ਕਰ ਲਿਆ। ਕੰਪਾਈਲ ਕਰਦੇ ਹਾਂ। ਕੰਪਾਈਲ ਚ ਕੀ ਹੋ ਗਿਆ ਹੁਣ, ਫਸਟ ਇਜ਼ ਅਬਸਟਰੈਕਟ ਕੈਨ ਨੋਟ ਬੀ ਇੰਸਟੈਂਸ਼ੀਏਟਿਡ, ਮਤਲਬ ਉਸ ਦਾ ਆਬਜੈਕਟ ਨਹੀਂ ਬਣ ਸਕਦਾ। ਠੀਕ ਹੈ ਨਾ, ਜੋ ਫਸਟ ਕਲਾਸ ਹੈ ਉਸ ਦਾ ਕੀ ਬਣ ਹੁਣ ਨਹੀਂ ਕ੍ਰੀਏਟ ਹੋ ਸਕਦਾ, ਆਬਜੈਕਟ ਨਹੀਂ ਬਣ ਸਕਦਾ। ਲਾਈਕ ਐਕਸ ਜੋ ਹੈ ਉਸ ਦਾ ਆਬਜੈਕਟ ਹੈ ਉਹ ਕ੍ਰੀਏਟ ਨਹੀਂ ਕਰ ਸਕਦੇ, ਕਿਉਂਕਿ ਫਸਟ ਕਲਾਸ ਕੀ ਹੈ ਸਾਡੀ, ਅਬਸਟਰੈਕਟ ਕਲਾਸ ਹੈ। ਹੁਣ ਜਿਹੜੀ ਕਲਾਸ ਅਬਸਟਰੈਕਟ ਹੈ ਉਸ ਦਾ ਅਸੀਂ ਕੀ ਨਹੀਂ ਕ੍ਰੀਏਟ ਕਰ ਸਕਦੇ, ਉਸ ਦਾ ਅਸੀਂ ਆਬਜੈਕਟ ਨਹੀਂ ਕ੍ਰੀਏਟ ਕਰ ਸਕਦੇ। ਹੁਣ ਮੈਂ ਇਸ ਆਊਟਪੁੱਟ ਨੂੰ ਯੂਜ਼ ਕਰਨਾ ਹੈ, ਠੀਕ ਹੈ ਨਾ, ਮੇਰੀ ਰਿਕੁਆਇਰਮੈਂਟ ਹੈ ਮੈਂ ਇਸ ਆਊਟਪੁੱਟ ਨੂੰ ਯੂਜ਼ ਕਰਨਾ ਹੈ। ਜਿਸ ਮੀਨਸ ਮੈਂ ਫਸਟ ਕਲਾਸ ਨੂੰ ਪਹਿਲਾਂ ਇਨਹੈਰਿਟ ਕਰੂੰਗਾ ਸੈਕਿੰਡ ਦੇ ਵਿੱਚ, ਹਾਂ ਸੈਕਿੰਡ ਦੇ ਥਰੂ ਮੈਂ ਉਸ ਆਊਟਪੁੱਟ ਨੂੰ ਚਲਾ ਸਕਦਾ। ਸੈਕਿੰਡ ਦੇ ਥਰੂ ਆਪਾਂ ਉਸ ਆਊਟਪੁੱਟ ਨੂੰ ਚਲਾ ਸਕਦੇ ਹਾਂ। ਕਲੀਅਰ ਹੈ ਨਾ। ਜੋ ਮੇਨ ਟੌਪਿਕ ਅੱਜ ਆਪਾਂ ਕੀਤੇ ਹੈ, ਬੇਸਿਕ ਟੌਪਿਕਸ ਲਾਈਕ ਮੈਥਡ ਓਵਰਰਾਈਡਿੰਗ। ਮੈਥਡ ਓਵਰਰਾਈਡਿੰਗ ਕੀ ਸੀ, ਬੇਸ ਕਲਾਸ ਤੇ ਡਰਾਈਵਡ ਕਲਾਸ ਦੇ ਵਿੱਚ ਸੇਮ ਫੰਕਸ਼ਨ ਨੇਮ ਰੱਖਣਾ ਹੈ, ਮੈਥਡ ਨੇਮ ਜਾਂ ਪਲੱਸ ਉਹਨਾਂ ਦੇ ਆਰਗੂਮੈਂਟ ਵੀ ਸੇਮ ਹੋਣੇ ਜ਼ਰੂਰੀ ਹੈ। ਸੈਕਿੰਡ ਫਾਈਨਲ, ਫਾਈਨਲ ਕੀ ਹੋ ਸਕਦਾ ਹੈ, ਵੇਰੀਏਬਲ ਹੋ ਸਕਦਾ ਹੈ, ਫਾਈਨਲ ਮੈਥਡ ਹੋ ਸਕਦਾ ਹੈ, ਫਾਈਨਲ ਕਲਾਸ ਹੋ ਸਕਦੀ ਹੈ। ਫਾਈਨਲ ਵੇਰੀਏਬਲ ਮਤਲਬ ਉਸ ਦੀ ਵੈਲਿਊ ਚੇਂਜ ਨਹੀਂ ਹੋ ਸਕਦੀ। ਫਾਈਨਲ ਮੈਥਡ ਉਸ ਨੂੰ ਓਵਰਰਾਈਡ ਨਹੀਂ ਕੀਤਾ ਜਾ ਸਕਦਾ, ਮਤਲਬ ਇਹ ਚੀਜ਼ ਨਹੀਂ ਪੋਸੀਬਲ ਉਸ ਦੇ ਵਿੱਚ। ਫਾਈਨਲ ਕਲਾਸ ਮਤਲਬ ਉਸ ਨੂੰ ਇਨਹੈਰਿਟ ਨਹੀਂ ਕੀਤਾ ਜਾ ਸਕਦਾ। ਸਿਮਿਲਰਲੀ ਨੈਕਸਟ ਸੀ ਆਪਣਾ ਅਬਸਟਰੈਕਟ। ਅਬਸਟਰੈਕਟ ਮੈਥਡ ਮਤਲਬ ਉਸ ਨੂੰ ਓਵਰਰਾਈਡ ਕਰਨਾ ਕੰਪਲਸਰੀ ਹੈ, ਤੇ ਅਬਸਟਰੈਕਟ ਕਲਾਸ ਮਤਲਬ ਉਸ ਨੂੰ ਇਨਹੈਰਿਟ ਕਰਨਾ ਕੰਪਲਸਰੀ ਹੈ। ਜਿਸ ਕਲਾਸ ਦੇ ਵਿੱਚ ਜਿਹੜਾ ਮੈਥਡ ਅਬਸਟਰੈਕਟ ਹੈ, ਅਗਰ ਕੋਈ ਮੈਥਡ ਅਬਸਟਰੈਕਟ ਹੈ ਦਿਸ ਮੀਨਸ ਉਸ ਦੀ ਕਲਾਸ ਵੀ ਅਬਸਟਰੈਕਟ ਹੋਣੀ ਹੀ ਚਾਹੀਦੀ ਹੈ ਤੇ ਹੋਊਗੀ। ਜੋ C++ ਸੀ, C++ ਦੇ ਵਿੱਚ ਕਨਸੈਪਟ ਕੀ ਸੀ, ਅਗਰ ਕਿਸੇ ਕਲਾਸ ਦੇ ਵਿੱਚ ਅਸੀਂ ਅਬਸਟਰੈਕਟ ਮੈਥਡ ਬਣਾ ਰਹੇ ਹਾਂ, ਅਬਸਟਰੈਕਟ ਫੰਕਸ਼ਨ ਬਣਾ ਰਹੇ ਹਾਂ, ਤਾਂ ਕਲਾਸ ਕੀ ਬਣ ਜਾਂਦੀ ਸੀ, ਅਬਸਟਰੈਕਟ ਬਣ ਜਾਂਦੀ ਸੀ ਆਟੋਮੈਟਿਕਲੀ। ਇਸ 'ਚ ਸਾਨੂੰ ਅਬਸਟਰੈਕਟ ਕੀਵਰਡ ਲਿਖਣਾ ਪੈਣਾ। C++ ਦੇ ਵਿੱਚ ਅਬਸਟਰੈਕਟ ਕੀਵਰਡ ਨਹੀਂ ਹੁੰਦਾ ਸੀ, ਉਸ 'ਚ ਅਸੀਂ ਪਿਓਰ ਵਰਚੁਅਲ ਫੰਕਸ਼ਨ ਕ੍ਰੀਏਟ ਕਰਦੇ ਸੀ ਤਾਂ ਜੋ ਕਲਾਸ ਕੀ ਬਣ ਸਕੇ, ਸਾਡੀ ਅਬਸਟਰੈਕਟ ਕਲਾਸ ਬਣ ਸਕੇ, ਮਤਲਬ ਉਹਦਾ ਆਬਜੈਕਟ ਨਾ ਕ੍ਰੀਏਟ ਹੋ ਸਕੇ। ਇਸ ਦੇ ਵਿੱਚ ਕੀਵਰਡ ਕਿਹੜਾ ਹੈ ਆਪਣੇ ਕੋਲ, ਅਬਸਟਰੈਕਟ ਕੀਵਰਡ ਹੈ ਜਾਵਾ ਦੇ ਵਿੱਚ, ਜਿਸ ਦੇ ਨਾਲ ਅਸੀਂ ਕਲਾਸ ਨੂੰ ਕੀ ਬਣਾ ਸਕਦੇ ਹਾਂ, ਅਬਸਟਰੈਕਟ ਬਣਾ ਸਕਦੇ ਹਾਂ, ਤੇ ਉਸ ਕਿਸੇ ਮੈਥਡ ਨੂੰ ਵੀ ਅਬਸਟਰੈਕਟ ਬਣਾ ਸਕਦੇ ਆ। ਅਗਰ ਕਿਸੇ ਕਲਾਸ ਦੇ ਵਿੱਚ ਕੋਈ ਮੈਥਡ ਅਬਸਟਰੈਕਟ ਨਹੀਂ ਹੈਗਾ ਫਿਰ ਕੋਈ ਪ੍ਰੋਬਲਮ ਨਹੀਂ ਹੈ, ਫਿਰ ਉਹਦਾ ਆਬਜੈਕਟ ਤਾਂ ਨਹੀਂ ਬਣ ਸਕਦਾ, ਬਟ ਉਹ ਕਲਾਸ ਕ੍ਰੀਏਟ ਹੋ ਸਕਦੀ ਹੈ। ਬਟ ਅਗਰ ਕਿਸੇ ਕਲਾਸ ਦੇ ਵਿੱਚ ਅਬਸਟਰੈਕਟ ਮੈਥਡ ਹੈ ਤਾਂ ਉਸ ਕਲਾਸ ਨੂੰ ਵੀ ਅਬਸਟਰੈਕਟ ਹੋਣਾ ਕੰਪਲਸਰੀ ਹੈ। ਚਲੋ ਅੱਜ ਇਹੀ 3 ਟੌਪਿਕ ਕਰਕੇ ਰਿਵਾਈਜ਼ ਕਰਿਓ। ਮੈਂ ਇਸ ਦਾ ਵੀਡੀਓ ਵੀ ਸ਼ੇਅਰ ਕਰ ਦੂੰਗਾ, ਅਗਰ ਥੋੜੀ ਜਿਹੀ ਨੈਟ ਦੀ ਪ੍ਰੋਬਲਮ ਹੈ, ਵਿੱਚ ਡਿਸਕਨੈਕਸ਼ਨ ਹੋਈ ਹੈ ਤਾਂ ਉਸ ਦੇ ਵਿੱਚ ਤੁਸੀਂ ਵੀਡੀਓ ਦੇਖ ਲਿਓ ਦੁਬਾਰਾ। ਫਸਟ ਕੀ ਹੈ, ਓਵਰਰਾਈਡਿੰਗ, ਸੈਕਿੰਡ ਫਾਈਨਲ, ਥਰਡ ਅਬਸਟਰੈਕਟ। ਇੰਪੋਰਟੈਂਟ ਟੌਪਿਕ ਹੈ, ਸਿੰਪਲ ਟੌਪਿਕਸ ਹੈ ਪਰ ਇਹ, ਠੀਕ ਹੈ। ਅਗਰ ਕੋਈ ਵੀ ਕਨਫਿਊਜ਼ਨ ਹੋਈ ਤੁਸੀਂ ਗਰੁੱਪ ਤੇ WhatsApp ਤੇ ਜਾਂ ਕਮੈਂਟ ਦੇ ਵਿੱਚ ਪੁੱਛ ਲਿਓ, ਠੀਕ ਹੈ। ਚਲੋ ਹੁਣ ਤੁਸੀਂ ਉਸ 'ਚ ਸ਼ੇਅਰ ਕਰ ਸਕਦੇ ਆ। ਆਪਾਂ ਸਕਰੀਨ ਆਫ ਕਰਦੇ ਹਾਂ ਤੇ ਤੁਸੀਂ ਆਪਣਾ ਆਪ ਨੂੰ ਅਨਮਿਊਟ ਕਰਕੇ ਅਗਰ ਕੋਈ ਪ੍ਰੋਬਲਮ ਹੈ, ਕੋਈ ਕਨਫਿਊਜ਼ਨ ਹੈ, ਉਸ ਨੂੰ ਆਪਾਂ ਸੋਲਵ ਕਰਦੇ ਹਾਂ। ਹਾਂਜੀ, ਕੋਈ ਇਹਨਾਂ ਦੇ ਵਿੱਚੋਂ ਕੋਈ ਟੌਪਿਕ ਨਾ ਸਮਝ ਆਇਆ